ਵਾਹਿਗੁਰੂ ਜੀ। ਹੁਣ ਅਸੀਂ ਗੁਰਦੁਆਰਾ ਤੀਰਗੜੀ ਸਾਹਿਬ ਚੱਲੇ ਹਾਂ ਜੀ। ਨਾਲ ਦੇ ਸਾਥੀ ਕੁਝ ਹੋਰ ਮਿਲ ਗਏ ਨੇ। ਸਰਦਾਰ ਚੰਨਣ ਸਿੰਘ ਕਟਕੋਲੀ, ਸਰਦਾਰ ਗੁਰਮੁਖ ਸਿੰਘ। ਅੱਗੇ ਉਹਨਾਂ ਦੀ ਗੱਡੀ ਜਾ ਰਹੀ ਹੈ, ਉਹਨੂੰ ਅਸੀਂ ਫਾਲੋ ਕਰਦੇ ਜਾਂਦੇ ਹਾਂ। ਵੀਰ ਜੀ, ਜਿਹੜਾ ਇਹ ਭੰਗਾਣੀ ਸਾਹਿਬ ਦਾ ਗੁਰਦੁਆਰਾ ਹੈ ਇਹ ਥੋੜ੍ਹਾ ਦੂਰ ਹੈਗਾ ਅਤੇ ਤੀਰਗੜੀ ਸਾਹਿਬ ਉਸ ਤੋਂ ਪਹਿਲਾਂ ਹੈ। ਰਣਥੰਮ ਜਿਹੜਾ ਹੈਗਾ ਇਹ ਗੁਰਦੁਆਰਾ ਸਾਹਿਬ ਵਿਚਕਾਰ ਹੈਗਾ ਜੀ। ਇਹ ਅਸੀਂ ਸਭ ਤੋਂ ਪਹਿਲਾਂ ਸੰਗਤ ਜੀ ਗੁਰਦੁਆਰਾ ਭੰਗਾਣੀ ਸਾਹਿਬ ਜਾਵਾਂਗੇ, ਉਸ ਤੋਂ ਬਾਅਦ ਆਵਾਂਗੇ ਰਣਥੰਮ ਗੁਰਦੁਆਰਾ ਸਾਹਿਬ, ਫਿਰ ਅਸੀਂ ਤੀਰਗੜ੍ਹ ਸਾਹਿਬ ਗੁਰਦੁਆਰਾ ਆਵਾਂਗੇ ਜੀ। ਸੰਗਤ ਜੀ, ਆ ਯਮੁਨਾ ਨਦੀ ਦਾ ਪੁਲ ਆ ਗਿਆ ਜੀ। ਦੇਖੋ ਕਿੰਨੀ ਸੋਹਣੀ ਹਰਿਆਲੀ ਹੈ ਇੱਥੇ, ਦੋਵੇਂ ਸਾਈਡ ਪਹਾੜ ਹੀ ਪਹਾੜ ਨੇ। ਜਿਹੜੇ ਗੁਰਦੁਆਰਾ ਸਾਹਿਬ ਬਣੇ ਹੋਏ ਹੈ ਇਹਨਾਂ ਦੇ ਲਾਗੇ ਹਰੀ ਭਰੀ ਹਰਿਆਲੀ ਹੈ ਜੀ। ਬਹੁਤ ਬੜੀਆ ਮਤਲਬ ਦੇਖਣ ਵਾਲਾ ਸੀਨ, ਰਮਣੀਕ ਸਥਾਨ ਹੈ ਜਿਹੜਾ, ਯਾਨੀ ਕਿ ਅਸੀਂ ਦਰਸ਼ਨ ਕਰਨ ਚੱਲੇ ਹਾਂ ਜੀ। ਵਾਹਿਗੁਰੂ ਜੀ। ਪਹਿਲਾਂ ਅਸੀਂ ਗੁਰਦੁਆਰਾ ਪੌਂਟਾ ਸਾਹਿਬ ਮੱਥਾ ਟੇਕ ਕੇ ਆਏ ਹਾਂ। ਹੁਣ ਅਸੀਂ ਆ ਗਏ ਹਾਂ ਜੀ ਗੁਰਦੁਆਰਾ ਭੰਗਾਣੀ ਸਾਹਿਬ ਜੀ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਤੁਝ ਰਹਿਮ ਦਿਲਨਾ, ਕਰਨਾ ਸੰਗਤ ਜੀ, ਹੁਣ ਤੁਹਾਨੂੰ ਅਸੀਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਦੇ ਦਰਸ਼ਨ ਕਰਾਵਾਂਗੇ, ਨਾਲ ਨਾਲ ਤੁਹਾਨੂੰ ਇਤਿਹਾਸ ਨਾਲ ਵੀ ਜਾਣੂ ਕਰਾਵਾਂਗੇ ਜੀ। ਭੰਗਾਣੀ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 22 ਧਾਰ ਦੇ ਰਾਜਿਆਂ ਨਾਲ ਪਹਿਲਾ ਯੁੱਧ ਕੀਤਾ। ਭੀਮ ਚੰਦ ਆਪਣੇ ਲੜਕੇ ਅਜਮੇਰ ਦੀ ਬਾਰਾਤ ਲੈ ਕੇ ਫਤਿਹ ਸ਼ਾਹ ਦੇ ਘਰ ਪੁੱਜਾ। ਫਤਿਹ ਸ਼ਾਹ ਗੁਰੂ ਘਰ ਦਾ ਪ੍ਰੇਮੀ ਸੀ। ਉਸ ਨੇ ਇਸ ਸ਼ਾਦੀ ਦਾ ਸੱਦਾ ਗੁਰੂ ਜੀ ਨੂੰ ਵੀ ਦਿੱਤਾ ਸੀ, ਤਾਂ ਗੁਰੂ ਜੀ ਆਪ ਤਾਂ ਖੁਦ ਨਹੀਂ ਆਏ। ਗੁਰੂ ਜੀ ਨੇ ਆਪਣੇ ਕੁਝ ਸਿੱਖਾਂ ਸਮੇਤ ਕੁਝ ਕੀਮਤੀ ਸਾਮਾਨ ਦੇ ਕੇ ਸ਼ਗਨ ਦੇ ਰੂਪ ਦੇ ਵਿੱਚ ਫਤਿਹ ਸ਼ਾਹ ਦੇ ਘਰ ਭੇਜਿਆ। ਜਦੋਂ ਇਹ ਸਾਰਾ ਸਮਾਨ ਸਿੱਖਾਂ ਨੇ ਉੱਥੇ ਜਾ ਕੇ ਫਤਿਹ ਸ਼ਾਹ ਨੂੰ ਦੱਸਿਆ, ਨਾਲ ਵਿਖਾਇਆ, ਤਾਂ ਸਾਰੇ ਜਿੰਨੇ ਵੀ ਰਾਜੇ ਉੱਥੇ ਬੈਠੇ ਸਭ ਦੀਆਂ ਅੱਖਾਂ ਪੱਥਰੀਆਂ ਰਹਿ ਗਈਆਂ ਕਿ ਸਾਡੀ ਤਾਂ ਨੱਕ ਹੀ ਵੱਢੀ ਗਈ, ਇੰਨਾ ਕੀਮਤੀ ਸਮਾਨ ਗੁਰੂ ਜੀ ਨੇ ਭੇਜਿਆ। ਤਾਂ ਭੀਮ ਚੰਦ ਨੂੰ ਇਹ ਗੱਲ ਬਿਲਕੁਲ ਵਾਰਾ ਨਹੀਂ ਲੱਗੀ। ਉਸ ਨੇ ਫਤਿਹ ਸ਼ਾਹ ਨੂੰ ਆਖਿਆ, ਅਗਰ ਤੁਸੀਂ ਗੁਰੂ ਜੀ ਦਾ ਸ਼ਗਨ ਰੱਖੋਗੇ ਤਾਂ ਮੈਂ ਤੁਹਾਡੀ ਲੜਕੀ ਦਾ ਡੋਲਾ ਜਿਹੜਾ ਹੈ ਲੈ ਕੇ ਨਹੀਂ ਜਾਵਾਂਗਾ। ਫਤਿਹ ਸ਼ਾਹ ਦੇ ਬਹੁਤ ਸਮਝਾਉਣ ਨਾਲ ਵੀ ਭੀਮ ਚੰਦ ਨਹੀਂ ਮੰਨਿਆ। ਆਖਰਕਾਰ ਫਤਿਹ ਸ਼ਾਹ ਨੂੰ ਗੁਰੂ ਜੀ ਦੀ ਗੱਲ ਮੰਨਣੀ ਪਈ ਔਰ ਸਾਰਾ ਸਮਾਨ ਵਾਪਸ ਕਰ ਦਿੱਤਾ ਗਿਆ। ਸਿੱਖਾਂ ਨੇ ਆਪਣੀ ਪੂਰੀ ਗੱਲ ਆ ਕੇ ਗੁਰੂ ਜੀ ਨੂੰ ਦੱਸੀ। ਗੁਰੂ ਜੀ ਨੂੰ ਦੱਸਿਆ ਕਿ ਜੰਗ ਕਦੇ ਵੀ ਹੋ ਸਕਦੀ ਹੈ। ਤਾਂ ਗੁਰੂ ਜੀ ਨੇ ਪੌਂਟਾ ਸਾਹਿਬ ਛੱਡ ਕੇ ਭੰਗਾਣੀ ਦੀ ਜਗ੍ਹਾ ਨੂੰ ਠੀਕ ਸਮਝਿਆ ਅਤੇ ਉੱਧਰੋਂ ਦੁਸ਼ਮਣ ਵੀ ਆਪਣੀ ਚੜ੍ਹਾਈ ਕਰਕੇ ਪੂਰੀ ਆ ਚੁੱਕਿਆ ਸੀ। ਤਾਂ ਇੱਧਰ 22 ਧਾਰ ਦੇ ਰਾਜਿਆਂ ਦੇ ਵਿੱਚੋਂ ਹਰੀ ਚੰਦ ਹੰਡੂਰੀਆ ਜੋ ਸਭ ਤੋਂ ਹੀ ਬਲਵਾਨ ਔਰ ਸ਼ਕਤੀਸ਼ਾਲੀ ਬੰਦਾ ਸੀ, ਇਹ ਲੜਾਈ ਦੇ ਵਿੱਚ ਆਪਣੇ ਸਿੱਖਾਂ ਦੇ ਆਹੂ ਲਾਂਦਾ ਹੋਇਆ। ਇਹਦੇ ਵਿੱਚ ਬੀਬੀ ਬੀਰੋ ਦੇ ਸਪੁੱਤਰ ਸੰਗੋ ਸ਼ਾਹ ਔਰ ਜੀਤਮਲ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਗੁਰੂ ਜੀ ਖੁਦ ਕਮਾਨ ਸੰਭਾਲਦੇ ਹਨ। ਤਾਂ ਫਤਿਹ ਸ਼ਾਹ ਨੂੰ ਵੰਗਾਰ ਕਰਦੇ ਹਾਂ ਕਿ ਪਹਿਲਾ ਵਾਰ ਤੂੰ ਕਰ। ਜਦੋਂ ਫਤਿਹ ਸ਼ਾਹ ਪਹਿਲਾ ਵਾਰ ਕਰਦਾ ਹੈ ਤਾਂ ਪਹਿਲਾ ਵਾਰ ਜਿਹੜਾ ਹੈ ਘੋੜੇ ਦੀ ਕਾਠੀ ਦੇ ਵਿੱਚ ਵੱਜਦਾ ਹੈ, ਦੂਜਾ ਗੁਰੂ ਜੀ ਦੇ ਕੰਨ ਨੂੰ ਛੂਹ ਕੇ ਲੰਘ ਜਾਂਦਾ ਹੈ, ਤੀਜਾ ਵਾਰ ਗੁਰੂ ਜੀ ਦੇ ਕਮਰ ਕੱਸੇ ਦੇ ਵਿੱਚ ਲੱਗਦਾ ਹੈ। ਜਦੋਂ ਗੁਰੂ ਜੀ ਦੇ ਬਾਣ ਲੱਗਦਾ ਹੈ ਤਾਂ ਗੁਰੂ ਜੀ ਬਾਣੀ ਉਚਾਰਦੇ ਹਨ ਜੋ ਬਚਿੱਤਰ ਨਾਟਕ ਦੇ ਵਿੱਚ ਦਰਜ ਹੈ, ਜੱਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਇਹ ਰੋਸ ਆਮ ਗੁੱਸੇ ਵਾਲਾ ਰੋਸ ਨਹੀਂ ਹੈ, ਇਹਨੂੰ ਗੁਰਮੁਖੀ ਭਾਸ਼ਾ ਦੇ ਵਿੱਚ ਵੀਰ ਰਸ ਕਹਿੰਦੇ ਹਨ। ਤਾਂ ਗੁਰੂ ਜੀ ਨੇ ਆਪਣੀ ਕਮਾਨ ਦੇ ਵਿੱਚੋਂ ਤੀਰ ਛੱਡਿਆ ਹਰੀ ਸਿੰਘ ਹੰਡੂਰੀਏ ਵੱਲ, ਤਾਂ ਹਰੀ ਸਿੰਘ ਹੰਡੂਰੀਆ ਇੱਕੋ ਹੀ ਤੀਰ ਨਾਲ ਢਹਿ ਢੇਰੀ ਹੋ ਗਿਆ। ਤਾਂ ਫਿਰ ਗੁਰੂ ਜੀ ਨੇ ਬਾਣੀ ਉਚਾਰੀ,
ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਰਣੰਗ ਜੀਤ ਆਏ ਜਯੰ ਗੀਤ ਗਾਏ, ਕਹਿ ਕੇ ਇਹ ਯੁੱਧ ਨੂੰ ਫਤਿਹ ਕੀਤਾ। ਲੜਾਈ ਦੇ ਦੌਰਾਨ ਆ ਜਿਹੜਾ ਤੁਸੀਂ ਦਰਖਤ ਦੇਖਦੇ ਪਏ ਹੋ, ਉਦੋਂ ਇਸ ਜਗ੍ਹਾ 'ਤੇ 5-7 ਕਿੱਲੇ ਗੱਡੇ ਸੀ, ਜੋ ਕਿ ਅੱਜ ਇੱਕ ਦਰਖਤ ਜਾਮਣ ਦਾ ਬੂਟਾ ਹੈ, ਉਹ ਅੱਜ ਵੀ ਉਸੇ ਤਰ੍ਹਾਂ ਹੀ ਹਰਾ ਭਰਾ ਹੈ। ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ। ਕਰਨਾ ਤੂਜ ਰਹਿਣ ਫਿਰਨਾ। ਸੰਗਤ ਜੀ, ਆ ਗੁਰਦੁਆਰਾ ਸਾਹਿਬ ਦੇ ਵਿੱਚ ਯਾਤਰੂਆਂ ਦੇ ਰਹਿਣ ਵਾਸਤੇ ਵੀ ਬੰਦੋਬਸਤ ਹੈਗਾ, ਲੰਗਰ ਦਾ ਬੰਦੋਬਸਤ ਹੈਗਾ, ਬਹੁਤ ਹੀ ਵਧੀਆ ਬੰਦੋਬਸਤ ਇੱਥੇ ਹੈਗਾ ਜੀ। ਇੱਥੇ ਇੱਕ ਹਾਲ ਵੀ ਹੈ ਜੋ ਕਿ ਪੀਰ ਬੁੱਧੂ ਸ਼ਾਹ ਦੇ ਨਾਮ ਤੇ ਬਣਾਇਆ ਹੋਇਆ ਹੈ ਜੀ। ਸੰਗਤ ਜੀ, ਇਹ ਸੀ ਗੁਰਦੁਆਰਾ ਭੰਗਾਣੀ ਸਾਹਿਬ ਦਾ ਇਤਿਹਾਸ ਜੀ। ਹੁਣ ਅਸੀਂ ਅਗਲੇ ਗੁਰਦੁਆਰਾ ਸਾਹਿਬ ਰਣਥਮ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ। ਸੰਗਤ ਜੀ, ਆ ਗੁਰਦੁਆਰਾ ਸਾਹਿਬ ਜੀ ਰਣਥਮ ਗੁਰਦੁਆਰਾ, ਜਿਹੜਾ ਭੰਗਾਣੀ ਸਾਹਿਬ ਦਾ ਬੋਰਡ ਲੱਗਿਆ ਉਹਦੇ ਠੀਕ ਪਿਛਲੇ ਪਾਸੇ ਆ ਜੀ, ਤੇ ਭੰਗਾਣੀ ਸਾਹਿਬ ਔਰ ਤੀਰਗੜੀ ਦੇ ਵਿਚਕਾਰ ਗੁਰਦੁਆਰਾ ਸਾਹਿਬ ਹੈ ਜੀ। ਸੰਗਤ ਜੀ, ਇਹ ਉਹ ਸਥਾਨ ਹੈ ਜਿੱਥੇ ਗੁਰੂ ਜੀ ਨੇ ਇੱਕ ਥੰਬ ਗੱਡਿਆ ਸੀ ਤੇ ਉੱਥੇ ਸੈਨਾ ਨੂੰ ਹੁਕਮ ਕੀਤਾ ਸੀ ਕਿ ਇਸ ਸਥਾਨ ਤੋਂ ਪਿੱਛੇ ਨਹੀਂ ਹਟਣਾ, ਬੇਸ਼ੱਕ ਅੱਗੇ ਬੇਸ਼ੱਕ ਵੱਧ ਜਾਣਾ। ਇਸ ਗੁਰਦੁਆਰੇ ਦਾ ਨਾਮ ਪਿਆ ਰਣਥੰਮ। ਭੰਗਾਣੀ ਸਾਹਿਬ ਦੇ ਯੁੱਧ ਸਮੇਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਥੈਪੇ ਹੋਏ ਸੈਨਾਪਤੀ ਸੰਗੋ ਸਾਹ, ਜਿਹੜੇ ਕਿ ਗੁਰੂ ਸਾਹਿਬ ਜੀ ਦੀ ਭੂਆ ਬੀਬੀ ਬਿਊਰੋ ਜੀ ਦੇ ਸੁਪੁੱਤਰ ਸਨ, ਗੁਰੂ ਮਹਾਰਾਜ ਜੀ ਦੀ ਆਗਿਆ ਅਨੁਸਾਰ ਆਪਣੀ ਅੱਧੀ ਸੈਨਾ ਨੂੰ ਅੱਗੇ ਵਧਾ ਕੇ ਮੈਦਾਨ ਵਿੱਚ ਰਣਥੰਮ ਗੱਡ ਕੇ ਹੁਕਮ ਕਰ ਦਿੱਤਾ ਕਿ ਇਸ ਤੋਂ ਪਿੱਛੇ ਨਹੀਂ ਹਟਣਾ, ਅੱਗੇ ਬੇਸ਼ੱਕ ਵੱਧ ਜਾਣਾ। ਦਸਮ ਪਿਤਾ ਜੀ ਦੀ ਇਸ ਰਣਨੀਤੀ ਦੇ ਕਾਰਨ ਗੁਰੂ ਘਰ ਦੇ ਮਰਜੀਵੜਿਆਂ ਨੇ ਦੁਸ਼ਮਣ ਦੀ 20-25 ਹਜ਼ਾਰ ਦੀ ਹਰ ਤਰ੍ਹਾਂ ਟ੍ਰੇਨਡ ਫੌਜ ਦੇ ਹਥਿਆਰਾਂ ਨਾਲ ਲੈਸ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਰਣਥੰਮ 'ਤੇ ਅੱਗੇ ਆਉਣ ਦਾ ਮੌਕਾ ਹੀ ਨਹੀਂ ਦਿੱਤਾ। ਗੁਰੂ ਸਾਹਿਬ ਜੀ ਨੇ ਇਹ ਯੁੱਧ ਜਿੱਤ ਲਿਆ। ਇਸ ਤਰ੍ਹਾਂ ਇਤਿਹਾਸਿਕ ਅਸਥਾਨ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸੰਗਤ ਜੀ, ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਰਣਥੰਮ ਗੁਰਦੁਆਰਾ ਸਾਹਿਬ ਦੀ ਪੌਂਟਾ ਸਾਹਿਬ ਕਮੇਟੀ ਹੀ ਕਰ ਰਹੀ ਹੈ ਜੀ। ਸੰਗਤ ਜੀ, ਹੁਣ ਅਸੀਂ ਚੱਲੇ ਹਾਂ ਗੁਰਦੁਆਰਾ ਤੀਰਗੜੀ ਸਾਹਿਬ ਜੀ। ਆਹ ਬੋਰਡ ਲੱਗਿਆ ਜੀ, ਇੱਥੋਂ ਆਪਾਂ ਲੈਫਟ ਟਰਨ ਲੈ ਕੇ ਗੁਰਦੁਆਰਾ ਤੀਰਗੜੀ ਸਾਹਿਬ ਪੁੱਜ ਜਾਣਾ ਜੀ। ਸੰਗਤ ਜੀ, ਇਹ ਸੁੰਦਰ ਸਥਾਨ ਪੌਂਟਾ ਸਾਹਿਬ ਤੋਂ ਤਕਰੀਬਨ 18 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਉੱਚੇ ਟਿੱਲੇ ਤੇ ਖੜੇ ਹੋ ਕੇ ਕਲਗੀਧਰ ਪਾਤਸ਼ਾਹ ਜੀ ਆਪ ਤੀਰ ਚਲਾਉਂਦੇ ਤੇ ਦੁਸ਼ਮਣਾਂ ਦੀ ਫੌਜ ਦਾ ਟਾਕਰਾ ਕਰਦੇ ਰਹੇ ਹਨ। ਗੁਰੂ ਸਾਹਿਬ ਦੇ ਇੱਥੇ ਤੀਰ ਚਲਾਉਣ ਦੇ ਕਾਰਨ ਹੀ ਇਸ ਸਥਾਨ ਨੂੰ ਤੀਰਗੜੀ ਆਖਿਆ ਜਾਂਦਾ ਹੈ। ਹੁਣ ਇੱਥੇ ਵੀ ਅਤ ਸੁੰਦਰ ਗੁਰਦੁਆਰਾ ਸਾਹਿਬ ਹੈ। ਪੌਂਟਾ ਸਾਹਿਬ ਯਾਤਰਾ ਕਰਨ ਵਾਲੇ ਬਹੁਤ ਸਾਰੇ ਯਾਤਰੂ ਗੁਰਦੁਆਰਾ ਤੀਰਗੜੀ ਸਾਹਿਬ ਤੇ ਗੁਰਦੁਆਰਾ ਭੰਗਾਣੀ ਸਾਹਿਬ ਤੇ ਗੁਰਦੁਆਰਾ ਰਣਥੰਮ ਦੇ ਦਰਸ਼ਨ ਕਰਕੇ ਜਾਂਦੇ ਹਨ। ਗੁਰਦੁਆਰਾ ਸਾਹਿਬ ਤੀਰਗੜੀ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦੀ ਸੇਵਾ ਸੰਤ ਸਰੂਪ ਸਿੰਘ ਜੀ ਨੇ ਕਰਵਾਈ ਹੈ ਅਤੇ ਹੋਰ ਉਸਾਰੀ ਮੌਜੂਦਾ ਕਮੇਟੀ ਕਰਵਾ ਰਹੀ ਹੈ। ਇਸ ਪਵਿੱਤਰ ਸਥਾਨ ਤੇ ਖੜੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ 22 ਧਾਰ ਦੇ ਪਹਾੜੀ ਰਾਜਿਆਂ ਨਾਲ ਜੰਗ ਲੜੀ। ਗੁਰੂ ਜੀ ਨੇ 13ਵੇਂ ਦਿਨ ਰਾਜਾ ਹਰੀਚੰਦ ਅੰਡੂਰੀਏ ਨੂੰ ਇੱਕੋ ਹੀ ਤੀਰ ਨਾਲ ਫਤਿਹ ਕੀਤਾ। ਇਹ ਸੀ ਗੁਰਦੁਆਰਾ ਤੀਰਗੜੀ ਸਾਹਿਬ ਦਾ ਇਤਿਹਾਸ। ਹੁਣ ਅਸੀਂ ਚੱਲਦੇ ਹਾਂ ਤੁਹਾਨੂੰ ਲੈ ਕੇ ਗੁਰਦੁਆਰਾ ਸ਼ੇਰਗਾਹ ਸਾਹਿਬ।
ਗੁਰਦੁਆਰਾ ਪੌਂਟਾ ਸਾਹਿਬ ਤੋਂ 5 ਕਿਲੋਮੀਟਰ ਦੂਰ ਅਤੇ ਨਿਹਾਲਗੜ੍ਹ ਪਿੰਡ ਵਿੱਚ ਇਹ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਨੇ ਰਾਜਾ ਨਾਹਨ ਮੇਂਦਰੀ ਪ੍ਰਕਾਸ਼ ਤੇ ਮਹਾਰਾਜਾ ਫਤਿਹ ਚੰਦ ਨਾਲ ਗੁੜਵਾਲ ਦੇ ਸਾਹਮਣੇ ਉਸ ਆਦਮਖੋਰ ਸ਼ੇਰ ਨੂੰ ਤਲਵਾਰ ਨਾਲ ਮਾਰਿਆ ਸੀ, ਜਿਸ ਦੇ ਇਲਾਕੇ ਵਿੱਚ ਬਹੁਤ ਵੱਡਾ ਜਾਨੀ ਨੁਕਸਾਨ ਕਰ ਦਿੱਤਾ ਸੀ, ਜਿਸ ਦੇ ਸਾਹਮਣੇ ਵੱਡੇ ਵੱਡੇ ਸ਼ੂਰਵੀਰ ਵੀ ਜਾਣ ਤੋਂ ਕਤਰਾਉਂਦੇ ਸਨ। ਇਹ ਸ਼ੇਰ ਰਾਜਾ ਜੈਦਰਥ ਸੀ, ਜਿਸ ਨੇ ਵੀਰ ਅਭਿਮਨੂ ਨੂੰ ਮਹਾਭਾਰਤ ਦੀ ਜੰਗ ਵਿੱਚ ਧੋਖੇ ਨਾਲ ਮਾਰਿਆ ਸੀ ਅਤੇ ਹੁਣ ਸ਼ੇਰ ਦੀ ਜੂਨ ਭੁਗਤ ਰਿਹਾ ਸੀ। ਦਸਮ ਪਾਤਸ਼ਾਹ ਜੀ ਨੇ ਉਸ ਦੀ ਮੁਕਤੀ ਕੀਤੀ। ਉੱਥੇ ਅੱਜ ਸ਼ਾਨਦਾਰ ਗੁਰਦੁਆਰਾ ਸ਼ੇਰਗਾਹ ਸਾਹਿਬ ਹੈ, ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ। ਪੌਂਟਾ ਸਾਹਿਬ 'ਚ ਆਉਣ ਵਾਲੀ ਸੰਗਤਾਂ ਭੰਗਾਣੀ ਸਾਹਿਬ, ਤੀਰਗੜ੍ਹੀ ਸਾਹਿਬ ਵਾਲੇ ਰਾਸਤੇ 'ਤੇ ਇਹ ਗੁਰਦੁਆਰਾ ਸਾਹਿਬ ਪੈਂਦਾ ਹੀ। ਇਸ ਗੁਰਦੁਆਰਾ ਸਾਹਿਬ ਦੀ ਸੇਵਾ ਬਾਬਾ ਗੁਰਦਿਆਲ ਸਿੰਘ ਜੀ ਨੇ ਕਰਵਾਈ ਸੀ। ਸੰਗਤ ਜੀ, ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਖੜੇ ਹੋ ਕੇ ਗੁਰੂ ਜੀ ਨੇ ਸ਼ੇਰ ਨੂੰ ਮਾਰਨ ਦੀ ਵਿਉਂਤਬੰਦੀ ਬਣਾਈ ਸੀ। ਸੰਗਤ ਜੀ, ਹੁਣ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਸ਼ੇਰਗਾਹ ਸਾਹਿਬ ਤੇ। ਸਭ ਤੋਂ ਪਹਿਲਾਂ ਤੁਸੀਂ ਗੁਰਦੁਆਰਾ ਭੰਗਾਣੀ ਸਾਹਿਬ, ਤੀਰਗੜ੍ਹੀ ਸਾਹਿਬ, ਰਣਥੰਮ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਸੰਗਤ ਜੀ, ਵੀਡੀਓ ਨੂੰ ਪੂਰਾ ਦੇਖਿਓ। ਲਾਈਕ, ਸ਼ੇਅਰ, ਸਬਸਕ੍ਰਾਈਬ, ਕਮੈਂਟ ਜ਼ਰੂਰ ਕਰਨਾ। ਕੋਈ ਵੱਧ ਘੱਟ ਬੋਲਿਆ ਹੋਇਆ ਹੋਏ ਤਾਂ ਉਸ ਤੋਂ ਮੁਆਫੀ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।